ਸਾਰੇ ਜੱਗ ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਵੀਰ, ਤੁਹਾਡਾ ਭਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ ਡਾਕਟਰ ਐਮ.ਐਚ. ਬਾਬਰ ਇਲਿਆਸ ਘੁੰਮਣ ਹੋਰਾਂ ਦੀ ਕਿਤਾਬ ਵੰਡ ਦੀ 48ਵੀਂ ਕਿਸ਼ਤ ਲੈ ਕੇ ਹਾਜ਼ਰ ਹੈ। ਅਤੇ ਅੱਜ ਇਹਦੇ 'ਚ ਕਹਾਣੀ ਨੰਬਰ 34 ਹੈ ਅਤੇ ਕਹਾਣੀ ਹੈ ਜੀ ਇਲ ਕੋਕੋ, ਜਿਹਦੇ ਲਿਖਿਆਰ ਨੇ ਇਲਿਆਸ ਘੁੰਮਣ ਹੋਰੀ। ਅਤੇ ਲਓ ਫਿਰ ਕਹਾਣੀ ਸ਼ੁਰੂ ਕਰਨੇ ਆ ਕਿ ਉਹਨਾਂ ਦੇ ਹੱਥਾਂ ਵਿੱਚ ਚਮ-ਚਮ ਕਰਦੀਆਂ ਛਵੀਆਂ, ਕੁਹਾੜੀਆਂ ਅਤੇ ਮਨਾਂ ਵਿੱਚ ਅੰਨਾ ਕ੍ਰੋਧ ਸੀ। ਉਹਨਾਂ ਦੀਆਂ ਮੂੰਹਾਂ ਵਿੱਚੋਂ ਮੰਦੇ ਬੋਲ ਉਬਲ ਪੈਂਦੇ ਸਨ ਅਤੇ ਅੱਖਾਂ ਵਿੱਚੋਂ ਖੂਨ ਪਿਆ ਟੁੱਲਦਾ ਸੀ। ਚਾਨਣੀ ਰਾਤ ਵਿੱਚ ਪਿੰਡ ਤੋਂ 2 ਕਿੱਲੇ ਹਟਵੀਂ ਬਣੀ ਪੱਕੀ ਹਵੇਲੀ ਵੱਲ ਜਾਂਦਿਆਂ ਉਹਨਾਂ ਦੇ ਪੈਰ ਤ੍ਰਿਖੇ ਅਤੇ ਇਰਾਦੇ ਚੋਖੇ ਖਤਰਨਾਕ ਜਾਪਦੇ ਸਨ। ਜਿਉਂ-ਜਿਉਂ ਇਹ ਹਵੇਲੀ ਉਹਨਾਂ ਦੇ ਲਾਗੇ ਆ ਰਹੀ ਸੀ, ਉਹਨਾਂ ਦਾ ਜੋਸ਼ ਮਿਆਉਂਦਾ ਨਹੀਂ ਸੀ ਸਹੀ ਹੁੰਦਾ। ਪੈਰਾਂ ਥੱਲੇ ਪੈੜੀਆਂ ਰੋਲਦੇ ਓੜਕ ਉਹ ਆਪਣੇ ਨਿਸ਼ਾਨੇ ਉੱਤੇ ਅੱਪੜ ਹੀ ਗਏ। ਆਪਣੇ ਸਾਹਮਣੇ ਪੱਕੀ ਹਵੇਲੀ ਦੇ ਬਾਹਰਲੇ ਕੁਆੜ ਬੰਦ ਹੋਏ ਵੇਖ ਕੇ ਤੇ ਉਹਨਾਂ ਨੂੰ ਜਿਵੇਂ ਝਾਲੀ ਕੁੱਦ ਗਿਆ। ਉਹ ਸਾਰੇ ਲੰਮੀ ਚੌੜੀ ਹਵੇਲੀ ਦੇ ਆਲੇ ਦੁਆਲੇ ਖਿਲਰ ਗਏ ਅਤੇ ਮੁਰਦਾਰ ਨੂੰ ਚੰਬੜੀਆਂ ਗਿਰਜਾਂ ਵਾਂਗੂ ਉਹਦੀਆਂ ਕੰਧਾਂ ਉੱਤੇ ਝਪਟੇ ਮਾਰਨ ਲੱਗ ਪਏ। ਪਰ ਹਵੇਲੀ ਦੀ ਉੱਚੀ ਵਲਗਨ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦੇ ਰਹੀ ਸੀ। ਇੰਨੇ ਵਿੱਚ ਹੀ ਉੱਥੇ ਇੱਕ ਲੰਮੀ ਪੌੜੀ ਵਾਲਾ ਵੀ ਆ ਗਿਆ ਅਤੇ ਮੁੜ ਥੋੜ੍ਹੇ ਚਿਰ ਮਗਰੋਂ ਹੀ ਉਹ ਸਾਰੇ ਹਵੇਲੀ ਦੇ ਅੰਦਰ ਸਨ। ਹੁਣ ਮਾੜੇ ਬੂਹੇ ਟੁੱਟ ਰਹੇ ਸਨ ਅਤੇ ਤਗੜੇ ਚਗਾਠਾਂ ਤੋਂ ਉਖੜ ਰਹੇ ਸਨ। ਭੱਜਣ ਵਾਲੇ ਭਾਂਡੇ ਬੱਬਰੋ ਬੱਬਰ ਹੋ ਰਹੇ ਸਨ ਅਤੇ ਨਾ ਭੱਜਣ ਵਾਲੇ ਡਿੱਗ ਚਿੱਬੇ ਹੋ ਰਹੇ ਸਨ। ਇਹਦੇ ਨਾਲ ਹੀ ਪਸਾਰਾਂ ਵਿੱਚੋਂ ਵਧੀਆਂ ਵਸਤਾਂ ਕਸਾਂ ਹੋ ਰਹੀਆਂ ਸਨ। ਉਹਨਾਂ ਵਿੱਚੋਂ ਇੱਕ ਜਿਹਦੇ ਹੱਥ ਵਿੱਚ ਮਿਸ਼ਾਲ ਸੀ ਅਤੇ ਹੋਠਾਂ ਉੱਤੇ ਜ਼ਹਿਰੀ ਮੁਸਕਾਨ ਸੀ, ਉਹ ਚੌਂਤਰੇ ਉੱਤੇ ਖਲੋ ਕੇ ਉੱਚੀ ਸਾਰੀ ਬੋਲਿਆ, गाजियों, अल्लाह ने हमें इस मुल्क से कुफ्र को मलियामेट करने का फ़र्ज़ तुम्हें सौंपा है। जो कोई एक काफिर को जहन्नम रसीद करेगा वो खुद सीधा जन्नत में जाएगा। इधर देखो, ये दरवाज़ा अंदर से बंद मालूम पड़ता है। ਉਹ ਸਾਰੇ ਜਿਹੜੇ ਛੋਟੇ ਵਾਵ ਰੋਲਿਆਂ ਵਾਂਗੂ ਹਵੇਲੀ ਦੇ ਪਸਾਰਾਂ ਤੇ ਵਿਹੜੇ ਵਿੱਚ ਥਾਂ ਧੂੜ ਧਮਾ ਰਹੇ ਸਨ, ਉਹ ਹੁਣ ਇੱਕ ਪਰਾ ਬਣਾ ਕੇ ਨਿੱਕੀ ਇੱਟ ਨਾਲ ਬਣੇ ਹਵੇਲੀ ਦੇ ਉਹ ਸਭ ਤੋਂ ਮਜ਼ਬੂਤ ਕਮਰੇ ਵੱਲ ਵਧੇ। ਫਿਰ ਬੇਹਿਸਾਬੀਆਂ ਕੁਹਾੜੀਆਂ ਉਹਦੇ ਬੂਹੇ ਉੱਤੇ ਵੱਜੀਆਂ। ਇਸ ਬੂਹੇ ਦੇ ਪਿੱਤਾਂ ਉੱਤੇ ਲੋਹੇ ਦੀਆਂ ਮੋਟੀਆਂ ਪੱਟੀਆਂ ਦਾ ਜਾਲ ਇੰਝ ਜੁੜਿਆ ਆਇਆ ਸੀ ਕਿ ਉਹਨੂੰ ਵੱਜਣ ਵਾਲੇ ਤਿੱਖੇ ਹਥਿਆਰ ਖੁੰਡੇ ਹੋ ਗਏ। ਪਰ ਉਹ ਆਪਣੀ ਥਾਂ 'ਤੇ ਹਿੱਕ ਢਾ ਕੇ ਖਲੋਤਾ ਰਿਹਾ। ਅਚਨਚੇਤੀ ਇੱਕ ਆਵਾਜ਼, ਪਰਾਂ ਹਟ ਜਾਓ। ਚੁਲਾਨੀ ਵਿੱਚੋਂ ਬੜੇ ਕੰਮ ਦੀ ਸ਼ੈ ਲੱਭੀ ਹੈ। ਵੇਖਣਾ, ਜਦੋਂ ਅੱਗ ਦੇ ਲਾਂਬੂ ਨਿਕਲੇ ਤੇ ਬੂਹਾ ਆਪਣੇ ਆਪ ਕਿੰਝ ਖੁੱਲ੍ਹਦਾ। ਇਹਦੇ ਨਾਲ ਹੀ 2 ਜਣੇ ਜਿਨ੍ਹਾਂ ਰਲ ਕੇ ਇੱਕ ਭਾਰਾ ਪੀਪਾ ਚੁੱਕਿਆ ਹੋਇਆ ਸੀ, ਬਰੂਹਾਂ ਚੁਗਾਠਾਂ ਤੇ ਪਿੱਤਾਂ ਉੱਤੇ ਮਿੱਟੀ ਦੇ ਤੇਲ ਦਾ ਤਰੌਂਕਾ ਕਰਨ ਲੱਗ ਪਏ ਅਤੇ ਦੂਜੇ ਉਹਨਾਂ ਦਾ ਇਹ ਕਾਰਨਾਮਾ ਵੇਖ ਕੇ ਹਾਂਗਰੇ ਮਾਰਨ ਲੱਗ ਪਏ। ਮੁੜ ਸਾਰੇ ਬੰਦੇ ਪੀਪਾ ਖੂਨ ਖੁਆਉਣ ਦੇ ਸ਼ੁਗਲ ਵਿੱਚ ਪੈ ਗਏ। ਜਿਹਦੇ ਹੱਥ ਪੀਪਾ ਚੜ੍ਹਦਾ ਉਹ ਉਹਨੂੰ ਪਿੱਛੇ ਕਰਕੇ ਪੂਰੇ ਜ਼ੋਰ ਨਾਲ ਅੱਗੇ ਵੱਲ ਇੰਝ ਹੁਲਾਰਾ ਦਿੰਦਾ ਕਿ ਉਹਦੀ ਉਤਲੀ ਮੋਰੀ ਵਿੱਚੋਂ ਉੱਚਾ ਛਲਕਾ ਮਾਰ ਕੇ ਨਿਕਲਿਆ ਮਿੱਟੀ ਦਾ ਤੇਲ ਕਮਰੇ ਦੀਆਂ ਬਾਹਰ ਵੱਲ ਨਿਕਲੀਆਂ ਕੜੀਆਂ ਤੋਂ ਨੂੰ ਪੈਂਦਾ ਹੋਇਆ ਉਹਦੀਆਂ ਕੰਧਾਂ ਉੱਤੇ ਖਿਲਰ ਜਾਂਦਾ। ਇੰਝ ਕਰਦਿਆਂ ਇੱਕ ਦਾ ਰੱਜ ਹੋ ਜਾਂਦਾ ਅਤੇ ਦੂਜਾ ਕੋਈ ਪੀਪਾ ਖੋਹ ਕੇ ਕਿਸੇ ਹੋਰ ਥਾਂ ਤੇਲ ਸੁੱਟਣ ਲੱਗ ਪੈਂਦਾ। ਇਹ ਖੇਡ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਪੀਪੇ ਦੇ ਤੇਲ ਦਾ ਆਖਰੀ ਤੁਬਕਾ ਵੀ ਉਸ ਕਮਰੇ ਦੇ ਕਿਸੇ ਹਿੱਸੇ ਉੱਤੇ ਨਾ ਛਿੜਕ ਦਿੱਤਾ। ਪੀਪਾ ਸਖਣਾ ਹੋਇਆ ਅਤੇ ਮਿਸ਼ਾਲ ਵਾਲਾ ਫਿਰ ਉੱਚੀ ਬੋਲਿਆ, ओ अहमक, अगर बीवी बच्चों समेत नहीं जल मरना चाहते तो अब भी वक्त है, हमारा कलमा पढ़ लो। नहीं पढ़ना। ਤੁਸੀਂ ਬਦੋ ਬਦੀ ਮੇਰਾ ਤੇ ਮੇਰੇ ਪਰਿਵਾਰ ਦਾ ਧਰਮ ਨਹੀਂ ਬਦਲ ਸਕਦੇ। ਪਹਿਲੀ ਵਾਰ ਅੰਦਰੋਂ ਇੱਕ ਗਰਜਦਾਰ ਆਵਾਜ਼ ਸੁਣਾਈ ਦਿੱਤੀ, ਬੇਵਕੂਫ, ਜ਼ਿੱਦੀ, ਜ਼ਿੰਦਾ ਜਲਾ ਦੋ ਸਾਲੇ ਕੋ। ਮਿਸ਼ਾਲ ਵਾਲਾ ਚੋਖੇ ਗੁੱਸੇ ਨਾਲ ਬੂਹੇ ਉੱਤੇ ਪਾਨ ਥੁੱਕਦਾ ਬੋਲਿਆ। ਨਾਲ ਹੀ ਉਹਨੇ ਆਪਣੀ ਮਿਸ਼ਾਲ ਵੀ ਬਰੂਹਾਂ ਉੱਤੇ ਸੁੱਟ ਦਿੱਤੀ। ਥੱਲੇ ਡਿੱਗਣ ਨਾਲ ਮਿਸ਼ਾਲ ਬੁੱਝਣ ਡੈ ਪਈ ਸੀ। ਤਦੇ ਬਰੂਹਾਂ ਉੱਤੇ ਮਿੱਟੀ ਦਾ ਤੇਲ ਖਿਲਰਿਆ ਹੋਣ ਦੇ ਬਾਵਜੂਦ ਵੀ ਅੱਗ ਨਾ ਭੜਕੀ। ਇੱਕ ਜਣੇ ਨੇ ਅੱਗੇ ਵੱਧ ਕੇ ਮਿਸ਼ਾਲ ਨੂੰ ਚੁੱਕਿਆ ਅਤੇ ਉਹਦੀ ਲਾਟ ਉਸ ਥਾਂ ਲੈ ਗਿਆ ਜਿੱਥੇ ਲੱਕੜੀ ਦੀ ਸਰਦਲ ਮਿੱਟੀ ਦੇ ਤੇਲ ਨਾਲ ਝੋਖੀ ਤਰ ਸੀ। ਇੱਕਦਮ ਹੀ ਸਰਦਲ ਨੇ ਅੱਗ ਫੜ ਲਈ।
ਹੁਣ ਸਾਰਾ ਮਜਮਾ ਨਾਅਰੇ ਮਾਰ ਰਿਹਾ ਸੀ। ਫਿਰ ਤਾਂ ਪੀਪੇ ਵਾਂਗੂ ਮਿਸਾਲ ਖੋ ਖੋ ਕੇ ਥਾਂ ਥਾਂ ਅੱਗ ਲਾਉਣ ਦੀ ਖੇਡ ਸ਼ੁਰੂ ਹੋ ਗਈ। ਛੇਤੀ ਬੂਹੇ ਬਾਰੀਆਂ, ਛੱਤ ਦੀਆਂ ਕੜੀਆਂ ਤੇ ਹੋਰ ਸੜਨਯੋਗ ਸ਼ੈਵਾਂ ਉੱਚੇ ਭਾਂਬੜ ਮਚਾ ਰਹੀਆਂ ਸਨ। ਹੁਣ ਅੰਦਰੋਂ ਕਈ ਬੰਦਿਆਂ ਦੇ ਖੰਘਣ ਤੇ ਡੁਸਕਣ ਦੀਆਂ ਆਵਾਜ਼ਾਂ ਵੀ ਆਉਣ ਡੈ ਪਈਆਂ, ਜਿਹੜੀਆਂ ਅੰਦਰ ਹੋਰ ਧੂੰ ਇਕੱਠਾ ਹੋਣ ਤੇ ਅੱਗ ਦਾ ਸੇਕ ਨੇੜੇ ਪੁੱਜਣ ਪਾਰੋਂ ਵੱਧਦੀਆਂ ਦਰਦੀਲੀਆਂ ਚੀਕਾਂ ਦਾ ਰੂਪ ਧਾਰ ਗਈਆਂ। ਅੱਗ ਦੇ ਲਾਂਬੂ ਬੁਰੀ ਤਰ੍ਹਾਂ ਉਸ ਕਮਰੇ ਦੀ ਛੱਤ ਨੂੰ ਖਾ ਰਹੇ ਸਨ। ਅਸਮਾਨ ਵੱਲ ਉੱਠਦੀਆਂ ਉੱਚੀਆਂ ਲਾਟਾਂ ਵੇਖ ਕੇ ਬਾਹਰ ਖਲੋਤੇ ਲੋਕ ਜੋਸ਼ ਨਾਲ ਪਾਗਲ ਹੋਏ ਇੰਨਾ ਰੌਲਾ ਪਾ ਰਹੇ ਸਨ ਕਿ ਅੰਦਰ ਵਾਲਿਆਂ ਦੀਆਂ ਅਖੀਰੀ ਕੁਰਲਾਟਾਂ ਉਹਦੇ ਥੱਲੇ ਦਬ ਗਈਆਂ ਸਨ। ਯਕਦਮ ਕਮਰੇ ਦਾ ਸੜਦਾ ਬਲਦਾ ਬੂਹਾ ਜ਼ੋਰ ਦੀ ਬਾਹਰ ਵੱਲ ਖੁੱਲ੍ਹਿਆ ਤੇ ਇੱਕ ਖਾਉਂ ਖਾਉਂ ਕਰਦਾ ਜੀ ਭੌਂ ਭੁਆਂਟਣੀਆਂ ਖਾਂਦਾ ਬਾਹਰ ਵਿਹੜੇ ਵਿੱਚ ਆ ਡਿੱਗਾ। ਬੂਹਾ ਖੁੱਲ੍ਹਣ ਨਾਲ ਹੀ ਅੰਦਰ ਇਕੱਠੇ ਹੋਏ ਧੂਏਂ ਦਾ ਬੱਦਲ ਵੀ ਬਾਹਰ ਆਉਣ ਲੱਗ ਪਿਆ। ਚੋਖੇ ਧੂਏਂ ਵਿੱਚ ਇੰਝ ਹੀ ਲੱਗਾ ਜਿਵੇਂ ਲੰਮੇ ਲੰਮੇ ਵਾਲਾਂ ਵਾਲੀ ਕੋਈ ਕੁੜੀ ਅੰਦਰੋਂ ਬਾਹਰ ਆ ਪਈ ਹੈ। ਬਾਹਰ ਖਲੋਤੇ ਸਾਰੇ ਬੰਦੇ ਚੁੱਪ ਹੋ ਗਏ ਤੇ ਫਿਰ ਆਪਣੀਆਂ ਡਾਂਗਾਂ ਤੇ ਕੁਹਾੜੀਆਂ ਉਗਰ ਕੇ ਇੱਕ ਗੋਲ ਦਾਇਰੇ ਵਿੱਚ ਉਹਦੇ ਚਫੇਰੇ ਆਣ ਖਲੋਤੇ। ਉਹਨੇ ਸਹੀ ਭੋਏ ਤੋਂ ਆਪਣਾ ਸਿਰ ਚੁੱਕਿਆ। ਉਹਦੇ ਸੰਘਣੇ ਕਾਲੇ ਵਾਲ ਉਹਦੀਆਂ ਬਾਹਾਂ ਜਿੰਨੇ ਲੰਮੇ ਸਨ, ਪਰ ਉਹ ਕੋਈ ਮੁਟਿਆਰ ਨਹੀਂ ਸੀ, ਸਗੋਂ 14-15 ਵਰ੍ਹਿਆਂ ਦਾ ਇੱਕ ਪਤਲਾ ਜਿਹਾ ਖੂਬਸੂਰਤ ਮੁੰਡਾ ਸੀ। ਉਸ ਮੁੰਡੇ ਦੀਆਂ ਬੂਰੀਆਂ ਅੱਖਾਂ ਮੌਤ ਨੂੰ ਮੂਹਰੇ ਵੇਖ ਕੇ ਅੱਡੀਆਂ ਹੋਈਆਂ ਸਨ। ਮੋੜੋ ਹੱਥ ਜੋੜ ਕੇ ਕੁਰਲਾਇਆ, ਮੈਨੂੰ ਨਾ ਮਾਰਿਆ ਜੇ, ਜਿਹੜਾ ਕਲਮਾ ਆਖ ਦਿਓ ਪੜ੍ਹ ਲੈਣਾ। ਮੇਰੇ ਪਾਪਾ ਜੀ ਮੈਨੂੰ ਤੇ ਮਾਤਾ ਜੀ ਨੂੰ ਬਲਦੀ ਅੱਗ ਵਿੱਚ ਆਪਣੀ ਬਾਹਾਂ ਦੀ ਗਲਵੱਕੜੀ ਮਾਰ ਲਈ ਸੀ, ਪਰ ਸੜਨ ਮਰਨ ਤੋਂ ਪਹਿਲਾਂ ਮੇਰੀ ਮਾਂ ਜੀ ਨੇ ਧੜਕਲਾ ਮਾਰ ਕੇ ਮੈਨੂੰ ਬੰਨੇ ਸੁੱਟ ਦਿੱਤਾ। ਉਹਨਾਂ ਨੂੰ ਪਤਾ ਸੀ ਕਿ ਮੈਨੂੰ ਅੱਗ ਕੋਲੋਂ ਬੜਾ ਡਰ ਆਉਂਦਾ ਹੈ। ਮੁੰਡਾ ਇਕਤਾਰ ਰੋ ਰਿਹਾ ਸੀ। ਥੱਲੇ ਡਿੱਗੇ ਪਏ ਮੁੰਡੇ ਦੇ ਤਰਲੇ ਤੇ ਰੋਣ ਵੇਖ ਕੇ ਵੀ ਕਿਸੇ ਨੂੰ ਤਰਸ ਨਾ ਆਇਆ। ਉਹਨਾਂ ਦੇ ਹਥਿਆਰ ਉਹਦੇ ਲਹੂ ਦਾ ਸਵਾਦ ਚੱਖਣ ਹੀ ਵਾਲੇ ਸਨ ਕਿ ਪਿੱਛੋਂ ਕਿਧਰੋਂ ਭੱਜਦਾ ਆਇਆ ਇੱਕ ਵਡੇਰੀ ਉਮਰ ਦਾ ਬੰਦਾ ਭੀੜ ਨੂੰ ਚੀਰ ਕੇ ਉਹਦੇ ਉੱਤੇ ਆਪਣੀਆਂ ਬਾਹਾਂ ਦੀ ਛਾਂ ਕਰਕੇ ਖਲੋ ਗਿਆ ਤੇ ਬੋਲਿਆ, ਜ਼ਾਲਮੋ, ਹੁਣ ਕੀ ਚਾਹੁੰਦੇ ਹੋ? ਇਹ ਸ਼ੋਧਾ ਤੇ ਕਲਮਾ ਪੜ੍ਹਨ ਲਈ ਵੀ ਤਿਆਰ ਹੈ, ਕੁਝ ਤੇ ਹਿਆ ਕਰੋ। ਫਿਰ ਉਹ ਆਪਣਾ ਲਹਿਜਾ ਬਦਲਾ ਕੇ ਬੋਲਿਆ, ਖਬਰਦਾਰ ਜੇ ਕੋਈ ਭੈੜੀ ਨੀਅਤ ਨਾਲ ਇਹਦੇ ਵੱਲ ਵਧਿਆ। ਅਗਲੇ ਦਿਨ ਸੱਤੀ ਸਵੇਰੇ ਸੁਲਤਾਨ ਲੰਬੜ ਦੇ ਡੇਰੇ ਉੱਤੇ ਪਿੰਡ ਦੇ ਸਾਰੇ ਨਿੱਕੇ ਵੱਡੇ ਇਕੱਠੇ ਹੋਏ ਸਨ। ਲੰਬੜਦਾਰ ਦੇ ਪਿੰਡ ਦਾ ਮਲਵਾਣਾ ਮੀਆਂ ਲੁਕਮਾਨ ਮੋਟੇ ਪਾਵਿਆਂ ਵਾਲੇ ਮੂਹੜਿਆਂ ਉੱਤੇ ਬੈਠੇ ਸਨ ਤੇ ਪਿੰਡ ਦੇ ਪੱਗ ਬੰਨ ਮੋਹਤਬਰ ਮੰਜੀਆਂ ਉੱਤੇ ਬੈਠੇ ਸਨ। ਕੰਮੀ ਤੇ ਮੁੰਡੇ ਖੁੰਡੇ ਇੱਧਰ ਉੱਧਰ ਕੰਧਾਂ ਨਾਲ ਢੋਲ ਲਾਈ ਖਲੋਤੇ ਸਨ। ਸਭ ਦੀਆਂ ਨਜ਼ਰਾਂ ਹੈਦਰ ਨਾਈ ਦੇ ਹੱਥਾਂ ਵੱਲ ਸਨ। ਹੈਦਰ ਨਾਈ ਦੇ ਖੱਬੇ ਹੱਥ ਵਿੱਚ ਲੱਕੜ ਦੀ ਚੌੜੀ ਕੰਘੀ ਤੇ ਸੱਜੇ ਹੱਥ ਵਿੱਚ ਕੈਂਚੀ ਸੀ। ਕੰਘੀ ਵਿੱਚ ਲੰਮੇ ਲੰਮੇ ਕਾਲੇ ਵਾਲ ਫਸੇ ਸਨ, ਜਿਨ੍ਹਾਂ ਨੂੰ ਉਹਦੀ ਕੈਂਚੀ ਕਰਚ ਕਰਚ ਕੱਪ ਰਹੀ ਸੀ। ਇੱਥੇ ਉਸ ਮੁੰਡੇ ਦੀ ਹਜਾਮਤ ਕੀਤੀ ਜਾ ਰਹੀ ਸੀ, ਜਿਹਨੂੰ ਰਾਤੀ ਲੰਬੜਦਾਰ ਪੱਕੀ ਹਵੇਲੀ ਉੱਤੇ ਹੱਲਾ ਬੋਲਣ ਵਾਲਿਆਂ ਹੱਥੋਂ ਮਰਨ ਤੋਂ ਬਚਾ ਕੇ ਲਿਆਇਆ ਸੀ। ਇਸ ਕੁੜੀਆਂ ਵਰਗੇ ਮੁੰਡੇ ਦਾ ਰੰਗ ਅਜੇ ਵੀ ਅੰਦਰਲੇ ਖੌਫ ਨਾਲ ਪੀਲਾ ਵਸਾਰ ਸੀ ਤੇ ਸਾਰੀ ਰਾਤ ਰੋਂਦੇ ਰਹਿਣ ਮਗਰੋਂ ਹੁਣ ਉਹਦੀਆਂ ਅੱਖਾਂ ਸੁੱਕ ਗਈਆਂ ਸਨ। ਕੈਂਚੀ ਦੀ ਹਰ ਕਰਚ ਨਾਲ ਉਹਦੇ ਕੇਸਾਂ ਦਾ ਜਿਹੜਾ ਗੁੱਛਾ ਭੋਏ ਉੱਤੇ ਡਿੱਗਦਾ, ਉਹ ਆਪਣੇ ਕੜੇ ਵਾਲੀ ਬਾਂਹ ਉਗਾਂਹ ਕਰਕੇ ਚੁੱਕ ਲੈਂਦਾ ਤੇ ਉਹਨੂੰ ਆਪਣੀਆਂ ਸੁੱਕੀਆਂ ਅੱਖਾਂ ਅੱਗੇ ਲਿਆ ਕੇ ਫਿਰ ਅਡੋਲ ਹੀ ਥੱਲੇ ਧਰ ਦਿੰਦਾ। ਇੰਝ ਲੱਗਦਾ ਸੀ ਜਿਵੇਂ ਉਹ ਆਪਣੀਆਂ ਲੰਮੀਆਂ ਲੰਮੀਆਂ ਜ਼ੁਲਫਾਂ ਨੂੰ ਹਮੇਸ਼ਾ ਲਈ ਰੱਬ ਰਾਖਾ ਆਖ ਰਿਹਾ ਹੋਵੇ। ਲੰਬੜਦਾਰਾ, ਇੱਕ ਗੱਲ ਤੈਨੂੰ ਮੰਨਣੀ ਪਵੇਗੀ, ਜੇ ਮਹਾਜਰਾਂ ਦੇ ਹੇੜ ਇੱਥੇ ਨਾ ਪੜਦੇ ਤੇ ਇਸ ਦੂਰ ਦੁਰਾਡੇ ਪਿੰਡ ਵਿੱਚ ਸਾਨੂੰ ਕਿੱਥੇ ਪਤਾ ਲੱਗਣਾ ਸੀ ਕਿ ਸਾਡਾ ਦੇਸ਼ ਆਜ਼ਾਦ ਹੋ ਗਿਆ। ਮੰਜੀ ਉੱਤੇ ਬੈਠਾ ਇੱਕ ਸਿਆਣਾ ਬੋਲਿਆ, ਆਹੋ ਭਾਈਆ ਫਜ਼ਲਦਾਦ, ਅਸੀਂ ਸੱਚੀ ਮੁੱਚੀ ਪੂਰੇ ਹੀ ਆਜ਼ਾਦ ਹੋ ਗਏ। ਪਹਿਲੀ ਵਾਰ ਅਸਾਂ ਇੰਨੀ ਖੁੱਲ੍ਹ ਵੇਖੀਏ। ਸੁਲਤਾਨ ਲੰਬੜ ਤਿੱਖੇ ਸੁਭਾਅ ਨਾਲ ਬੋਲਿਆ। ਇੱਕ ਪਨਾਹਗੀਰ ਪਿਆ ਦੱਸਦਾ ਸੀ ਕਿ ਪਿਛਲੇ 2 ਮਹੀਨਿਆਂ ਤੋਂ ਸਾਰੇ ਵੱਡੇ ਵੱਡੇ ਸ਼ਹਿਰਾਂ ਵਿੱਚ ਕਤਲਾਮ ਹੋ ਰਹੀ ਹੈ। ਵੇਖੋ, ਸਾਨੂੰ ਇੱਥੇ ਕੋਈ ਸਾਰ ਹੀ ਨਹੀਂ। ਇੱਕ ਹੋਰ ਪੈਂਚ ਬੋਲਿਆ, ਜਲਾਲਦੀਨਾ, ਇਹ ਸ਼ਹਿਰ ਹਰ ਪਾਸਿਓਂ ਸਦਾ ਪਿੰਡਾਂ ਤੋਂ ਅੱਗੇ ਹੀ ਰਹਿੰਦੇ ਨੇ। ਉਹ ਛੇਕੜੇ 2 ਮਹੀਨਿਆਂ ਤੋਂ ਆਜ਼ਾਦੀ ਦੇ ਮਜ਼ੇ ਲੁੱਟ ਰਹੇ ਸਨ। ਅਸੀਂ ਕੱਲ੍ਹ ਰਾਤੀ ਆਜ਼ਾਦ ਹੋਏ ਸਾਂ। ਸੁਲਤਾਨ ਲੰਬੜ ਨੇ ਚੁੱਭ ਦੇ ਲਹਿਜੇ ਵਿੱਚ ਜਵਾਬ ਦਿੱਤਾ, ਲੰਬੜਦਾਰਾ, ਇਹ ਦੱਸ, ਸੂਬੇ ਸਿੰਘ ਦੇ ਪੁੱਤਰ ਨੂੰ ਮਹਾਜਰਾਂ ਹੱਥੋਂ ਕਤਲ ਹੋਣੋਂ ਤੂੰ ਕਾਹਨੂੰ ਬਚਾਇਆ? ਕਿਉਂ ਜੇ ਸਾਰਾ ਪਿੰਡ ਜਾਣਦਾ ਹੈ ਕਿ ਤੁਸੀਂ ਦੋਵੇਂ ਇੱਕ ਦੂਜੇ ਦੇ ਪੱਕੇ ਵੈਰੀ ਸੋ। ਤੁਹਾਡਾ ਤੇ ਆਪ ਵਿਚਾਲੇ ਭੋਏ ਦੀ ਮਾਲਕੀ ਦਾ ਮੁਕੱਦਮਾ ਵੀ ਚੱਲ ਰਿਹਾ ਸੀ। ਕੋਈ ਚੌਧਰੀ ਬੋਲਿਆ ਤੇ ਉਹਦੀ ਗੱਲ ਨੂੰ ਪੂਰਾ ਕਰਦਿਆਂ ਫਜ਼ਲਦਾਦ ਨੇ ਆਖਿਆ,
ਰਾਤੀ ਸਾਰੇ ਮਹਾਜਰ ਵੀ ਤੇਰੇ ਉੱਤੇ ਵੱਟ ਖਾਈ ਬੈਠੇ ਸਨ। ਹੈ ਵੀ ਸੱਚੀ ਗੱਲ। ਇਸ ਪਿੰਡ ਵਿੱਚ ਇੱਕ ਹੀ ਤਾਂ ਸਿੱਖਾਂ ਦਾ ਘਰ ਸੀ, ਉਹਦਾ ਵਾਰਸ ਵੀ ਜਿਉਂਦਾ ਰਹਿ ਗਿਆ ਤੇ ਉਹਨਾਂ ਕਿੱਥੋਂ ਮੱਲ ਮਾਰਨੀ ਸੀ। ਇਸੇ ਲਈ ਮੂੰਹ ਹਨੇਰੇ ਹੀ ਉਹ ਕਿਸੇ ਹੋਰ ਪਿੰਡ ਵੱਲ ਤਾਰੀਆਂ ਭਰ ਗਏ ਸਨ। ਸੁਲਤਾਨ ਲੰਬੜ ਨੇ ਹੁੱਕੇ ਦੀ ਵਾਰੀ ਲਈ ਤੇ ਸੋਚੀ ਪਿਆ ਬੋਲਿਆ, ਸੂਬੇ ਸਿੰਘ ਦੇ ਪੁੱਤਰ ਦੀ ਕੀ ਗੱਲ ਹੈ। ਜੇ ਮੈਨੂੰ ਕੁਝ ਪਹਿਲੋਂ ਪਤਾ ਲੱਗ ਜਾਂਦਾ ਤੇ ਮੈਂ ਉਹਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਬਚਾ ਲੈਣਾ ਸੀ। ਮੈਨੂੰ ਤੇ ਸੂਹ ਹੀ ਬੜੀ ਚਿਰਕੀ ਹੋਈ ਸੀ। ਵੱਡਾ ਜ਼ੁਲਮ ਹੋਇਆ ਸੂਬੇ ਕਿਆਂ ਨਾਲ। ਸੁਲਤਾਨ ਲੰਬੜ ਦੀ ਆਵਾਜ਼ ਭਰੀ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲਾ ਦਿੰਦਾ ਬੋਲਿਆ, ਕੀ ਹੋਇਆ? ਸਾਡਾ ਆਪਸ ਵਿੱਚ ਭੂਮੀ ਦੀ ਮਾਲਕੀ ਦਾ ਰੱਟਾ ਸੀ, ਪਰ ਸਾਡੇ ਵੱਡੇ ਵਡੇਰੇ ਤੇ ਇੱਕ ਵੇਖੀ ਸਨ ਨਾ। ਕੋਈ ਗੱਲ ਨਹੀਂ, ਵਾਰਸ ਦੇ ਜਿਉਂਦੇ ਜੀ ਮੇਰਾ ਮੁਕੱਦਮਾ ਹੋਰ ਲੰਮਾ ਹੋ ਜਾਵੇਗਾ, ਪਰ ਮੈਂ ਇਹ ਤਾਂ ਕਦੇ ਨਹੀਂ ਜਾਣ ਸਕਦਾ ਕਿ ਮੇਰੀ ਮੁਕੱਦਮੇਬਾਜ਼ੀ ਇੱਕ ਜੱਟ ਦੇ ਪੁੱਤਰ ਦੀ ਥਾਂ ਕਿਸੇ ਬੇਜ਼ਮੀਨੇ ਪਨਾਹਗੀਰ ਨਾਲ ਹੋਵੇ। ਇਹਨਾਂ ਗੱਲਾਂ ਵਿੱਚ ਬੁੱਢੇ ਨਾਈ ਨੇ ਆਪਣਾ ਕੰਮ ਮੁਕਾ ਲਿਆ। ਉਹ ਮੁੰਡੇ ਦੁਆਲੇ ਵਲੇਟੀ ਚਿੱਟੀ ਚਾਦਰ ਲਾ ਕੇ ਉਹਦੇ ਨਾਲ ਚੰਬੜੇ ਵਾਲ ਪਰਲੀ ਕੰਧ ਕੋਲ ਝਾੜ ਆਇਆ ਤੇ ਮੁੜ ਆਪਣੇ ਰੱਛ ਇਕੱਠੇ ਕਰਦਾ ਬੋਲਿਆ, ਚੌਧਰੀਓ ਕੰਮ ਪੂਰਾ ਹੋ ਗਿਆ ਜੀ। ਰਾਤੀ ਕਲਮਾ ਵੀ ਪੜ੍ਹ ਲਿਆ ਸੂ, ਹੁਣ ਕੇਸ ਵੀ ਕਟਾ ਲਿਆ ਸੂ। ਤੁਸੀਂ ਮੀਆਂ ਜੀ ਨੂੰ ਆਖੋ ਕਿ ਫਤਵਾ ਦੇ ਦੇਣ ਕਿ ਸਰਦਾਰਾ ਸਿੰਘ ਮੁਸਲਮਾਨ ਹੋ ਗਿਆ। ਹੈਦਰ ਨਾਈ ਦੀ ਗੱਲ ਸੁਣ ਕੇ ਸਾਰੇ ਬੰਦੇ ਮੀਆਂ ਲੁਕਮਾਨ ਵੱਲ ਵੇਖਣ ਲੱਗ ਪਏ। ਮੀਆਂ ਜੀ ਨੇ ਤਸਬੀਹ ਫੇਰਦਿਆਂ ਖੰਘ ਕੇ ਗਲਾ ਸਾਫ਼ ਕੀਤਾ ਤੇ ਮੂੰਹ ਵਿੱਚ ਹੌਲੀ ਜਿਹੀ ਕੁਝ ਪੜ੍ਹ ਕੇ ਆਪਣੀ ਛਾਤੀ ਉੱਤੇ ਫੂਕ ਮਾਰਦਿਆਂ ਆਖਿਆ, ਬਿਨਾਂ ਸ਼ੱਕ ਬਰਖੁਰਦਾਰ ਸਰਦਾਰਾ ਸਿੰਘ ਨੇ ਇਸਲਾਮ ਕਬੂਲ ਕਰ ਲਿਆ। ਹੁਣ ਸਾਰੇ ਇਹਨੂੰ ਸਰਦਾਰ ਅਲੀ ਆਖਿਆ ਕਰੋ, ਪਰ ਮੁਕੰਮਲ ਮੁਸਲਮਾਨ ਹੋਣਾ ਐਡਾ ਸੌਖਾ ਨਹੀਂ। ਅਜੇ ਇੱਕ ਜ਼ਰੂਰੀ ਸੁਨਤ ਪੂਰੀ ਹੋਣੋਂ ਰਹਿ ਗਈ ਹੈ। ਇੱਕ ਪੋਟਾ ਮਾਸ ਕੱਪਣਾ ਤੇ 2 ਚੋਏ ਰੱਤ ਵਗਾਉਣਾ ਬਹੁਤ ਜ਼ਰੂਰੀ ਹੈ। ਆਪਣੀ ਨਿੱਕੀ ਜਿਹੀ ਹਯਾਤੀ ਵਿੱਚ ਪਹਿਲੀ ਵਾਰ ਕੇਸ ਕਟਵਾ ਕੇ ਆਪਣੇ ਆਪ ਨੂੰ ਕੁਝ ਹੌਲਾ ਮਹਿਸੂਸ ਕਰਨ ਵਾਲੇ ਛੋਰ ਨੇ ਆਪਣੀ ਜਾਨ ਬਚ ਜਾਣ ਉੱਤੇ ਸੁੱਖ ਦਾ ਸਾਹ ਲਿਆ ਸੀ, ਪਰ ਮੁਸਲਮਾਨ ਹੋ ਕੇ ਵੀ ਮਾਸ ਕਪਵਾਨ ਤੇ ਰੱਤ ਵਗਾਉਣ ਦਾ ਮਤਲਬ ਉਹਨੇ ਪਤਾ ਨਹੀਂ ਕੀ ਸਮਝਿਆ। ਮਲਵਾਣੇ ਦੀ ਗੱਲ ਸੁਣਦੇ ਸਾਰ ਹੀ ਉਹ ਉੱਬੜ ਵਾਏ ਉੱਠ ਖਲੋਤਾ ਤੇ ਇਦੋਂ ਪਹਿਲਾਂ ਕਿ ਕੋਈ ਉਹਦਾ ਇਰਾਦਾ ਜਾਣ ਸਕਦਾ ਉਹ ਅੰਨ੍ਹੇਵਾਹ ਭੱਜਦਾ ਲੰਬੜਦਾਰ ਦੇ ਡੇਰੇ ਵਿੱਚੋਂ ਨਿਕਲ ਗਿਆ। ਉਹਦੀ ਇਸ ਹਰਕਤ ਨੇ ਉੱਥੇ ਮੌਜੂਦ ਲੋਕਾਂ ਨੂੰ ਇੰਨਾ ਹੈਰਾਨ ਕਰ ਦਿੱਤਾ ਸੀ ਕਿ ਕੁਝ ਚਿਰ ਲਈ ਉਹਨਾਂ ਨੂੰ ਸਮਝ ਨਾ ਆਈ ਕਿ ਹੋ ਕੀ ਗਿਆ। ਮੁੜ ਹੋਸ਼ ਆਈ ਤੇ ਇਲੱਲਾ ਓਏ ਓਏ ਕਰਦੇ ਉਹ ਸਾਰੇ ਉਸ ਮੁੰਡੇ ਮਗਰ ਭੱਜ ਪਏ। ਪਰ ਇੰਨੇ ਚਿਰ ਵਿੱਚ ਉਹ ਡੇਰੇ ਤੋਂ ਵਾਹਵਾ ਵਿੱਥ ਪਾ ਗਿਆ ਸੀ। ਪਿੰਡ ਦੀਆਂ ਗਲੀਆਂ ਦੇ ਵਲਵਲੇਵੇਂ ਵੀ ਸਰਦਾਰ ਦੀ ਬੜੀ ਮਦਦ ਕਰਦੇ ਰਹੇ ਤੇ ਉਹਨੇ ਛੋਲੇ ਗੱਭਰੂਆਂ ਨੂੰ ਵੀ ਫੜਾਈ ਨਾ ਦਿੱਤੀ। ਛੋਟਾ ਜਿਹਾ ਪਿੰਡ ਸੀ, ਭਲਾ ਉਹ ਕਾਹਤੇ ਗਲੀਆਂ ਵਿੱਚ ਕੌਡੀ ਖੇਡ ਕੇ ਆਪਣਾ ਆਪ ਬਚਾ ਸਕਦਾ ਸੀ। ਉਹ ਜਿਸ ਗਲੀ ਵਿੱਚ ਭੱਜ ਰਿਹਾ ਸੀ ਉਹ ਅਚਾਨਕ ਮੁੱਕ ਗਈ ਤੇ ਉਹ ਹੁਣ ਪਿੰਡੋਂ ਬਾਹਰ ਸੀ। ਉਹਦੇ ਸਾਹਮਣੇ ਨਜ਼ਰ ਦੀਆਂ ਹੱਦਾਂ ਤੇ ਖੇਤਾਂ ਦਾ ਨਾ ਮੁੱਕਣ ਵਾਲਾ ਸਿਲਸਿਲਾ ਸੀ, ਪਰ ਲੁਕਣ ਲਈ ਨੇੜੇ ਕੋਈ ਉੱਚੀ ਫਸਲ ਮੌਜੂਦ ਨਹੀਂ ਸੀ। ਉੱਥੇ ਹਰ ਪਾਸੇ ਉਹਦੀਆਂ ਗੋਡਿਆਂ ਤੋਂ ਵੀ ਨੀਵਾਂ ਪਾਤੜੂ ਉੱਗਿਆ ਦਿਸ ਰਿਹਾ ਸੀ। ਉਹਨੂੰ ਆਪਣੇ ਕੱਦ ਉੱਤੇ ਡਾਢਾ ਵੱਟ ਚੜਿਆ। ਜੇ ਮੇਰਾ ਵਜੂਦ ਜੰਗਲੀ ਨੇਵਲ ਜਿੱਡਾ ਹੁੰਦਾ ਤੇ ਫਿਰ ਇਸ ਪਾਤੜੂ ਨੇ ਵੀ ਮੇਰੀ ਸੋਲ ਜ਼ਿੰਦਗੀ ਬਚਾ ਲੈਣੀ ਸੀ। ਉਹਨੇ ਬੜੇ ਦੁੱਖ ਨਾਲ ਸੋਚਿਆ। ਪੈਲੀਆਂ ਵਿੱਚ ਭੱਜਦੇ ਉਹਨੇ ਸਿਰ ਪੁਆ ਕੇ ਵੇਖਿਆ ਤੇ ਉਹਨੂੰ ਪਿੰਡ ਦੀਆਂ ਸਾਰੀਆਂ ਗਲੀਆਂ ਆਪਣੇ ਮੂੰਹਾਂ ਵਿੱਚੋਂ ਬੇਅੰਤ ਬੰਦਿਆਂ ਨੂੰ ਉਬਾਕਦੀਆਂ ਦਿਸੀਆਂ। ਉਹਦੀਆਂ ਅੱਖਾਂ ਅੱਗੇ ਫਿਰ ਅੱਗ ਦੇ ਲਾਂਬੂ ਤੇ ਲਿਸ਼ਕ ਦੀਆਂ ਛਵੀਆਂ ਫਿਰਨ ਲੱਗ ਪਈਆਂ। ਕੀ ਉਹਦਾ ਹਸ਼ਰ ਵੀ ਆਪਣੇ ਮਾਂ ਜੀ ਤੇ ਪਾਪਾ ਜੀ ਵਰਗਾ ਹੀ ਹੋਵੇਗਾ? ਨਹੀਂ, ਮੈਂ ਅਜੇ ਮਰਨਾ ਨਹੀਂ ਚਾਹੁੰਦਾ। ਉਹ ਦੌੜਦਾ ਬੇਖਿਆਲੀ ਵਿੱਚ ਚੀਕ ਪਿਆ। ਤੇ ਲਓ ਸੱਜਣੋ, ਇਹ ਸੀ